गुरु जी दी साजी नवाजी। गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारे हो, जो आपां नूं गुरबाणी गुरु विच गुरु साहिबानां ने, भगतां ने, संतां ने, गुरसिखां ने, सतगुरु गुरु नानक पातशाह ने जो सानू उपदेश बख्शिश कीता, आपां नूं समझाउंदे भी जो साडा सारियां दा माता पिता है निरंकार वाहिगुरु अकाल पुरख। जदों असीं उह तों बेमुख हो जांदे, बेमुख दा भी असीं उहदे सन्मुख नहीं रहिंदे। जे हुण असीं ये मानस जामा तो मिल गया, इहदे विच रहिंदे होए असीं मालक तो बेमुख ही रहे, फिर साडे मन नूं ये जन्म मरण दा रोग है जिहड़ा ये गेड़े दा बनिया रहिंदा। जिस माया दी खातर ये परमात्मा तो बेमुख होया होए, संसार दे माया दे रस एक खेंदे विच ही सारे कौड़े हो जाते। जदों दिता होया समा साडा खत्म हो जाता। सतगुरु फरमाउंदे बेमुख होए राम ते लगन जन्म विजोग, खैनवे कौड़े होए गए जितड़े माया भोग। परमात्मा तो राम तो वाहिगुरु तो बेमुख होए, सानू ये बहुत फिर लम्मा चक्कर पैंदा। 84 लाख जून दे विच भरम दे फिर सानू किते मानस जामा मिलदा कईयां जुगां बाद। फिर इहदे विच ही असीं मालक दे सन्मुख हो सकदे, क्योंकि होरां जूनां च इन्ना ज्ञान नहीं, इन्ना भेत नहीं, इन्नी सोझी नहीं बई वो परमात्मा की पहचान कर लैन, उहदे सन्मुख हो जाण। सिर्फ एक मानस जामा ही ऐसा है जिहदे विच हुण गुरु नानक दे घर ने आपां नूं सच दी
ਨਾਮ ਦੀ ਜੋ ਸਾਡੇ ਵਾਸਤੇ ਹੁਕਮ ਹੈ। ਗੁਰਬਾਣੀ ਗੁਰੂ ਵਿੱਚ ਹਰ ਇੱਕ ਸ਼ਬਦ ਦੇ ਵਿੱਚ ਇਹ ਸੱਚ ਤੇ ਨਾਮ ਦੀ ਉਸਤਤ ਕੀਤੀ ਹੈ ਅਤੇ ਸਾਨੂੰ ਭੇਦ ਦਿੱਤਾ ਜਾ ਰਿਹਾ ਸੱਚ ਦਾ, ਨਾਮ ਦਾ, ਵੀ ਕਿਵੇਂ ਅਸੀਂ ਮਾਲਕ ਤੋਂ ਬੇਮੁਖ ਹਾਂ ਅਤੇ ਕਿਵੇਂ ਹੁਣ ਅਸੀਂ ਵਾਪਸ ਫਿਰ ਸਨਮੁਖ ਹੋ ਸਕਦੇ। ਹੁਣ ਜਿਹੜਾ ਤਾਂ ਜੀਵ ਆਪਦੀ ਮੱਤ ਦੁਆਰਾ ਚੱਲਦਾ ਹੈ ਉਹ ਪਰਮਾਤਮਾ ਤੋਂ ਬੇਮੁਖ ਹੈ, ਉਹਨੂੰ ਮਨਮੁਖ ਕਹਿੰਦੇ। ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਲਈ, ਗੁਰੂ ਵਾਲੇ ਬਣ ਗਏ, ਜਿਨ੍ਹਾਂ ਦਾ ਭਰਮ ਦਾ ਪੜਦਾ ਗੁਰੂ ਨੇ ਪਾਸੇ ਕਰ ਦਿੱਤਾ, ਉਹ ਪਰਮਾਤਮਾ ਦੇ ਸਨਮੁਖ ਹੋ ਗਏ। ਮਹਾਰਾਜ ਦੱਸਦੇ ਵੀ ਕੌਣ ਸਨਮੁਖ ਹੈ ਤੇ ਕੌਣ ਮਾਲਕ ਤੋਂ ਬੇਮੁਖ। ਫਰਮਾਉਂਦੇ ਕੌਣ ਸੋ ਸਨਮੁਖ, ਕੌਣ ਬੇਮੁਖੀ ਹੈ। ਵੀ ਕੌਣ ਸਨਮੁਖ ਹੈ ਤੇ ਕੌਣ ਬੇਮੁਖ ਹੈ। ਰਾਮਤ ਫਰਮਾਉਂਦੇ ਗੁਰਮੁਖ ਸਨਮੁਖ, ਮਨਮੁਖ ਬੇਮੁਖੀ ਆ। ਵੀ ਜਿਹੜੇ ਦਾ ਗੁਰਮੁਖ ਉਹ ਮਾਲਕ ਦੇ ਸਨਮੁਖ ਨੇ ਤੇ ਜਿਹੜਾ ਮਨਮੁਖ ਹੈ ਉਹ ਬੇਮੁਖ ਹੋਇਆ ਹੋਇਆ। ਸਨਮੁਖ ਦਾ ਭਾਵ ਹੁੰਦਾ ਜਦੋਂ ਅਸੀਂ ਪਰਮਾਤਮਾ ਨੂੰ ਸਾਹਮਣੇ ਦੇਖਦੇ। ਜਿਵੇਂ ਹੁਣ ਆਪਾਂ ਗੁਰੂ ਘਰ ਆਉਂਦੇ ਹਾਂ, ਇੱਥੇ ਸਨਮੁਖ ਹੋ ਕੇ ਸਤਿਗੁਰਾਂ ਦੇ ਆਪਾਂ ਬੇਨਤੀ ਕਰਦੇ ਹਾਂ, ਅਰਦਾਸ ਕਰਦੇ ਹਾਂ ਸਾਹਮਣੇ ਖੜ੍ਹ ਕੇ। ਹੁਣ ਇਸੇ ਤਰ੍ਹਾਂ ਹੀ ਜਦੋਂ ਅਸੀਂ ਸਾਹਮਣੇ ਪਰਮਾਤਮਾ ਨੂੰ ਦੇਖਦੇ ਹਾਂ, ਵਾਹਿਗੁਰੂ ਨੂੰ, ਨਿਰੰਕਾਰ ਨੂੰ, ਰਾਮ ਨੂੰ, ਉਦੋਂ ਅਸੀਂ ਪਰਮਾਤਮਾ ਦੇ ਸਨਮੁਖ ਹੁੰਦੇ। ਜਦੋਂ ਅਸੀਂ ਪਰਮਾਤਮਾ ਨੂੰ ਨਹੀਂ ਦੇਖਦੇ ਉਦੋਂ ਅਸੀਂ ਬੇਮੁਖ ਹੁੰਦੇ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਜਿਹੜੇ ਤਾਂ ਮਨਮੁਖ ਨੇ ਉਹ ਪਰਮਾਤਮਾ ਤੋਂ ਬੇਮੁਖ ਨੇ, ਕਿਉਂਕਿ ਉਹ ਪਰਮਾਤਮਾ ਨੂੰ ਦੇਖਦੇ ਹੀ ਨਹੀਂ। ਜਿਹੜੇ ਗੁਰਮੁਖ ਨੇ ਉਹ ਸਨਮੁਖ ਨੇ। ਹੁਣ ਅਸੀਂ ਬੇਮੁਖ ਹੋਏ ਹੋਏ ਕਿਵੇਂ ਪਰਮਾਤਮਾ ਦੇ ਸਨਮੁਖ ਹੋਈਏ ਅਤੇ ਸਾਨੂੰ ਕੌਣ ਸਨਮੁਖ ਕਰੇ? ਕੌਣ ਸਾਨੂੰ ਪਰਮਾਤਮਾ ਨਿਰੰਕਾਰ ਦੀ ਪਹਿਚਾਣ ਕਰਾਵੇ? ਉਹਦੇ ਵਾਸਤੇ ਫਿਰ ਆਪਾਂ ਗੁਰੂ ਦੇ ਪਾਸ ਜਾਂਦੇ। ਗੁਰੂ ਨੇ ਸਾਡਾ ਭਰਮ ਦਾ ਪਰਦਾ ਪਾਸੇ ਕਰਕੇ ਆਪਾਂ ਨੂੰ ਪਰਮਾਤਮਾ ਦੇ ਸਨਮੁਖ ਕਰਨਾ ਹੁੰਦਾ। ਬਈ ਜਿਹਨੂੰ ਅਸੀਂ ਸਿਰਫ ਪਹਿਲਾਂ ਸੁਣਦੇ ਹੀ ਹਾਂ ਵੀ ਪਰਮਾਤਮਾ ਨੇੜੇ ਹੈ ਅਤੇ ਉਹ ਸਰਵਵਿਆਪੀ ਹੈ, ਐਸੀ ਕੋਈ ਥਾਂ ਨਹੀਂ ਜਿੱਥੇ ਉਹ ਨਹੀਂ ਹੈ। ਪਰ ਜਦੋਂ ਅਸੀਂ ਬੇਮੁਖ ਹੋਏ ਹੁੰਦੇ ਸਾਨੂੰ ਪਰਮਾਤਮਾ ਦਿਸਦਾ ਨਹੀਂ, ਕਿਉਂਕਿ ਵਿੱਚ ਪੜਦਾ ਹੁੰਦਾ ਸਾਡੇ ਤੇ ਮਾਲਕ ਤੇ। ਉਹ ਪੜਦਾ ਜਿਹੜਾ ਭਰਮ ਦਾ ਉਹ ਗੁਰੂ ਨੇ ਪਾਸੇ ਕਰਨਾ ਹੁੰਦਾ। ਮਾਰੇ ਫਰਮਾਉਂਦੇ ਨਿਗਟ ਸੁਣਿਓ ਔਰ ਪੇਖਿਓ ਨਾਹੀਂ, ਭਰਮ ਭਰਮ ਦੁੱਖ ਭਰੀਆ, ਹੋਏ ਕਿਰਪਾਲ ਗੁਰ ਲਾਇਓ ਪਾਰ ਜੋ, ਮਿਲਿਓ ਲਾਲ ਮਨ ਹਰੀਆ। ਬਈ ਗੁਰੂ ਦਿਆਲੂ ਕਿਰਪਾਲੂ ਹੋਇਆ, ਉਹਨਾਂ ਨੇ ਪੜਦਾ ਵਾਸੇ ਕਰਕੇ ਮਾਲਕ ਦੇ ਆਪਾਂ ਨੂੰ ਸਨਮੁਖ ਕਰ ਦਿੱਤਾ। ਫਿਰ ਮਨ ਨੂੰ ਸਮਝਾਉਂਦੇ ਬਈ ਤੂੰ ਹੁਣ ਸਨਮੁਖ ਹੀ ਰਹੀ, ਹੁਣ ਤੂੰ ਫਿਰ ਨਾ ਬੇਮੁਖ ਹੋ ਜੀ। ਬਈ ਹੁਣ ਫਿਰ ਨਾ ਵਿੱਚ ਪੜਦਾ ਆ ਜਾਵੇ, ਉਹਦੇ ਵਾਸਤੇ ਤੂੰ ਮਾਲਕ ਦੇ ਹੁਣ ਸਨਮੁਖ ਰਹਿਣਾ, ਦੇਖਦੇ ਰਹਿਣਾ। ਫਰਮਾਉਂਦੇ ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨ। ਬਈ ਜੇ ਤੂੰ ਹੁਣ ਮਾਲਕ ਦੇ ਸਨਮੁਖ ਹੀ ਰਹੇਂਗਾ, ਤੂੰ ਬੇਮੁਖ ਨਹੀਂ ਹੋਏਗਾ, ਫਿਰ ਤੇਰੇ ਮਾਲਕ ਸਾਰੇ ਕਾਰਜ ਵੀ ਸਵਾਰਦੇ। ਤੂੰ ਸਨਮੁਖ ਹੋ ਕੇ ਸੁੱਖ ਲੈ, ਆਨੰਦ ਲੈ। ਹੁਣ ਜੇ ਤਾਂ
सानू मालक ते भरोसा है, सानू प्रतीत है, फिर तो असी सन्मुख रवांगे मालक से, असी विच पड़दा नहीं आउण देवांगे। जे हुण साडा प्यार माया दे नाल है, असी फिर बेमुख हो जांगे। फिर असी मालक नूं छड्ड के फिर असी माया नूं देखना शुरू कर देंगे। माया की ये आकार शरीर नूं माया कहंदे, फरमाउंदे इहो शरीर सब मूल है माया, दूजे भाई भरम भुलाए। फिर असी फिर एक नूं छड्ड के फिर असी दूजे नाल जुड़ जांगे माया दे नाल, ते विच फिर पड़दा आ गया। जदों फिर पड़दा आ गया असी फिर बेमुख हो गए। फिर कहंदे भी बेमुख होया तो बई फिर सानू ये जन्म मरण का चक्कर पै जांदा। और इस वास्ते फिर मन नूं समझाउंदे भी तू मालक दे सन्मुख हो, तू मालक दे सामने उन्होंने देखदा रहे हर जदों हुण असी मालक नूं देखदे रवांगे, देख देख के साडा प्यार मालक दे नाल पै जांदा, परमात्मा दे नाल। जिवें पहला माया दे नाल साडा प्यार पिया देख देख के माया नूं, आकारां नूं, शरीरां नूं, संसार नूं, इहनूं देख देख के असी अपने हिरदे 'च वसा लिया ते इहदे नाल साडा प्यार पै गया। हुण जदों असी परमात्मा नूं देखांगे फिर वो साडे मन नूं मोह लैणगे। महाराज फरमाउंदे मोहन मोह लिया मन मेरा, उहनूं मोहन कहंदे जिहड़ा साडे मनां नूं मोह लैंदा। जिवें माया नूं भी मोहनी कहंदे, ये भी मोह लैंदी मन। जिन्हां दे मनां नूं माया ने मोह लिया उहनां नूं फिर मनमुख कहंदे भी जिहड़ी बिना दंदां तो ही फिर जगत नूं खाई जांदी। इस माया तो इहो गुरमुख उभरदे जिहड़े सच ते नाम दे नाल चित जोड़ लैंदे। महाराज फरमाउंदे माया ममता मोहनी, जिन बिन दंतां जग खाया, मनमुख खाधे गुरमुख उभरे, जिन्नी सच नाम चित लाया। जिन्हां ने तां चित नूं सच ते नाम दे नाल ला लिया, वो ये माया तो उभर जाते, माया तो उपर उठ जाते। बाकियां नूं ये माया खा जाती, इनूं सरपणी कहंदे। माया भयंगम सर्प है, जग घेरिया बिख माहे। हुणे माया सरपणी ते जिहड़ी ये सरपणी दी जीव पूजा करदे माया दी, ਇਹਦੀ ਜਿਹੜੀ सेवा करदा ਉਹਨੂੰ खा जाती, ਉਹਨੂੰ निकल जाती। महाराज इसलिए सानू समझाउंदे माया होई नागणी, जगत रही लपटाए, इसकी सेवा जो करे तिस ही को फिर खाए। बई जेड़े ਇਹਦੀ सेवा करदे, ਇਹਦੇ माया ਦੇ पुजारी बने, माया दे सेवक बने हुए, माया दे दास बने हुए, जेड़े ਇਹਦੀ सेवा करते उन्होंने नहीं खा जाती। और एक तो है परमात्मा की सेवा वाहिगुरु की, एक है माया की सेवा दूजे की। और ये सानू किवें पता लगे भी असी माया की सेवा करते हैं कि जां परमात्मा की सेवा करते। फिर आपां नूं समझाउंदे सच्चे पातशाह, जदों असी एक नूं निरंकार नूं वाहिगुरू नूं छड्ड के असी किसी होर नूं मनदे, जिवें कोई जीव पत्थरां नूं मनदा, कोई दरख्तां नूं मनदा, कोई पशुआं की पूजा करत, कोई वड्डे वडेरियां नूं मनदा, कोई भूतां प्रेतां नूं, कोई पीरां नूं, जिन्नां नूं मनदा। हुण ये सब दूजे की पूजा है, ये सब माया की पूजा। जिहड़ा ये शरीर नूं माया कहंदे।
ਜਦੋਂ ਅਸੀਂ ਸਰੀਰ ਦੇ ਨਾਲ ਜੁੜ ਜਾਂਦੇ ਕਹਿੰਦੇ ਮਾਇਆ ਦੇ ਪੁਜਾਰੀ ਨੇ। ਹੁਣ ਜਿਨ੍ਹਾਂ ਨੇ ਫਿਰ ਇਹ ਦੋ ਬੇੜੀਆਂ 'ਤੇ ਪੈਰ ਧਰ ਲਏ, ਜਿਵੇਂ ਪੱਥਰ ਦੀ ਬੇੜੀ ਹੈ, ਅਸੀਂ ਉਹ ਪੱਥਰ ਦੀ ਬੇੜੀ 'ਤੇ ਸਵਾਰ ਹੋਵਾਂਗੇ ਅਤੇ ਉਹ ਪੱਥਰ ਨੇ ਤਾਂ ਡੁੱਬਣਾ ਹੀ ਡੁੱਬਣਾ, ਨਾਲ ਉਹ ਸਾਨੂੰ ਵੀ ਡੋਬ ਲੇਕ। ਇਸੇ ਤਰ੍ਹਾਂ ਹੀ ਦੂਜੇ ਦੀ ਸੇਵਾ ਮਾਇਆ 'ਚ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਫਿਰ ਸਮਝਾਉਂਦੇ, ਕਹਿੰਦੇ ਆਵੇ ਤਵੇ ਕੀ ਚਾਕਰੀ, ਕਿਉ ਦਰਗਾਹ ਪਾਵੇ, ਪੱਥਰ ਕੀ ਬੇੜੀ ਜੇ ਚੜੇ ਭਰ ਨਾਲ ਵਡਾਵੇ। ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ ਬਈ ਆਵੇ ਤਵੇ ਦੀ ਚਾਕਰੀ ਤੇ ਕਿਵੇਂ ਤੁਹਾਨੂੰ ਦਰਗਾਹ 'ਚ ਥਾਂ ਮਿਲੇਗੀ। ਜੇ ਅਸੀਂ ਦੂਜੇ ਦੀ ਪੂਜਾ ਕਰਾਂਗੇ, ਮਾਇਆ ਦੇ ਪੁਜਾਰੀ ਬਣੇ ਰਵਾਂਗੇ, ਤੇ ਸਾਨੂੰ ਕਿਵੇਂ ਦਰਗਾਹ 'ਚ ਥਾਂ ਮਿਲੇਗੀ। ਇਹਦਾ ਮਹਾਰਾਜ ਕਹਿੰਦੇ ਪੱਥਰ ਦੀ ਬੇੜੀ 'ਤੇ ਸਵਾਰ ਹੋਣਾ ਤੇ ਤੁਸੀਂ ਡੁੱਬੋਗੇ, ਤੁਹਾਨੂੰ ਡੋਬ ਲੇਗਾ ਪੱਥਰ। ਸੋ ਐਸੀ ਅਵਸਥਾ ਦੇ ਵਿੱਚ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਤੁਸੀਂ ਪੂਜਾ ਕਰਨੀ, ਜੇ ਤੁਸੀਂ ਸੇਵਕ ਬਣਨਾ, ਤੇ ਫਿਰ ਇੱਕ ਦੀ ਸੇਵਾ ਕਰੋ। ਫਰਮਾਉਂਦੇ ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀ। ਹਰ ਕੀ ਸੇਵਾ ਤੇ ਮਨ ਚਿੰਦਿਆ ਫਲ ਪਾਈਏ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਸਤਿਗੁਰੂ ਕਹਿੰਦੇ ਵੀ ਜੇ ਤੁਸੀਂ ਸੇਵਾ ਕਰਨੀ ਤੇ ਪਰਮਾਤਮਾ ਨਿਰੰਕਾਰ ਦੀ ਵਾਹਿਗੁਰੂ ਦੀ ਕਰ, ਦੂਜੀ ਸੇਵਾ ਨਾਲ ਜਨਮ ਬਿਰਥ ਚਲਾ ਜਾਂਦਾ। ਹੁਣ ਪਰਮਾਤਮਾ ਦੀ ਸੇਵਾ ਕਿਵੇਂ ਹੁੰਦੀ? ਸਤਿਗੁਰ ਦੀ ਜਿਹੜੀ ਸੇਵਾ ਉਹ ਦ੍ਰਿਸ਼ਟੀ ਦੁਆਰਾ ਕੀਤੀ ਜਾਂਦੀ, ਨਜ਼ਰਾਂ ਦੁਆਰਾ। ਪਰਮਾਤਮਾ ਆਪਣੇ ਸਾਹਮਣੇ ਅੰਦਰ ਵੀ ਉਹਦੀ ਜੋਤ ਹੈ ਤੇ ਬਾਹਰ ਵੀ ਚਾਰ ਚੁਫੇਰੇ ਉਹੀ ਮੌਜੂਦ। ਜਦੋਂ ਹੁਣ ਅਸੀਂ ਪਰਮਾਤਮਾ ਨੂੰ ਦੇਖਾਂਗੇ, ਉਹਦੀ ਦੇਖ ਕੇ ਸੇਵਾ ਨਜ਼ਰਾਂ ਦੁਆਰਾ ਕੀਤੀ ਜਾਂਦੀ। ਨਜ਼ਰੀ ਸਤਿਗੁਰ ਸੇਵੀਏ, ਨਦਰੀ ਸੇਵਾ ਹੋਏ, ਨਦਰੀ ਇਹ ਮਨ ਵਾਸਾਵੇ, ਨਦਰੀ ਮਨ ਨਿਰਮਲ ਹੋਏ। ਬਈ ਦੇਖ ਕੇ ਦ੍ਰਿਸ਼ਟੀ ਦੁਆਰਾ, ਨਜ਼ਰਾਂ ਦੁਆਰਾ ਪਰਮਾਤਮਾ ਦੀ ਸੇਵਾ ਕਰਨੀ, ਵਾਹਿਗੁਰੂ ਦੀ ਸੇਵਾ ਕਰਨੀ। ਅਸੀਂ ਮਾਲਕ ਨੂੰ ਜਦੋਂ ਲਗਾਤਾਰ ਦੇਖੀ ਜਾਂਦੇ, ਦੇਖ ਕੇ ਉਹਦੀ ਸੇਵਾ ਹੈ। ਜਿਸੇ ਵੀ ਆਪਾਂ ਫਿਰ ਜਾਂਦੇ ਉੱਥੇ ਹੀ ਮਾਲਕ ਹਾਜ਼ਰ। ਮਹਾਰਾਜ ਕਹਿੰਦੇ ਦੋਏ ਲੋਚਨ ਪੇਖਾਂ, ਹਉ ਹਰ ਬਿਨ ਆਵਰ ਨਾ ਦੇਖਾਂ। ਬਈ ਜਦੋਂ ਅਸੀਂ ਦੇਖਦੇ ਹਾਂ ਪਰਮਾਤਮਾ ਨੂੰ ਦੇਖਦੇ, ਬਈ ਉਦੋਂ ਬਿਨਾਂ ਦੂਜੇ ਨੂੰ ਨਹੀਂ ਦੇਖਦੇ, ਮਾਲਕ ਦੀ ਸੇਵਾ ਕਰਦੇ ਦੇਖ ਕੇ। ਸਤਿਗੁਰ ਦੀ ਇਹ ਕੀਤੀ ਹੋਈ ਸੇਵਾ ਫਿਰ ਇਹ ਸਫਲ ਹੈ। ਜੇ ਕੋਈ ਮਨ ਚਿੱਤ ਲਾ ਕੇ ਕਰਦਾ, ਇੱਕ ਚਿੱਤ ਹੋ ਕੇ ਕਰਦਾ, ਇਹਦੇ ਨਾਲ ਫਿਰ ਸਾਨੂੰ ਮਨ ਚਿੰਦਿਆ ਫਲ ਦੀ ਪ੍ਰਾਪਤੀ ਹੁੰਦੀ ਤੇ ਸਾਡੇ ਅੰਦਰੋਂ ਹਉਮੈ ਜਿਹੜੀ ਉਹ ਖਤਮ ਹੋ ਜਾਂਦੀ। ਮਹਾਰਾਜ ਫਰਮਾਉਂਦੇ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਸਤਿਗੁਰ ਦੀ ਕੀਤੀ ਹੋਈ ਸੇਵਾ ਇਹ ਸਫਲ ਹੈ, ਜਿਹੜੀ ਦ੍ਰਿਸ਼ਟੀ ਦੁਆਰਾ ਫਿਰ ਕੀਤੀ ਜਾਂਦੀ। ਜਦੋਂ ਅਸੀਂ ਲਗਾਤਾਰ ਮਾਲਕ ਨੂੰ ਦੇਖੀ ਜਾਂਦੇ, ਉਹਨੂੰ ਦੇਖ ਕੇ ਹੀ ਸਾਡਾ ਮਨ ਨਿਰਮਲ ਰਹਿੰਦਾ। ਉਹਨੂੰ ਦੇਖ ਕੇ ਹੀ ਸਾਡੇ ਮਨ ਦੀ ਮੈਲ ਉਤਰਦੀ ਰਹਿੰਦੀ, ਜਨਮਾਂ ਜਮਾਂਤਰਾਂ ਦੀ ਮੈਲ ਲੈ ਜਾਂਦੀ। ਮਹਾਰਾਜ ਫਰਮਾਉਂਦੇ ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਦੀ ਕੱਟੀਏ। ਬਈ ਤੈਨੂੰ ਦੇਖਣ ਦੇ ਨਾਲ, ਤੇਰੇ ਦਰਸ਼ਨ ਕਰਨ ਦੇ ਨਾਲ ਸਾਡੀ ਜਨਮਾਂ ਦੀ ਮੈਲ ਲੈ ਜਾਂਦੀ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਭਗਤਾਂ ਨੇ, ਜਿਹੜੇ ਗੁਰਮੁਖ ਮਾਲਕ ਦੇ ਸਨਮੁਖ ਹੋਏ, ਉਹਨਾਂ ਨੇ ਫਿਰ ਆਪਾਂ ਨੂੰ ਦੱਸੇ ਬਈ ਅਸੀਂ ਹੋਰ ਕਿਤੇ ਚੱਲ ਕੇ ਤਾਂ ਜਾਈਏ, ਵੀ ਜੇ ਤੂੰ ਇੱਥੇ ਨਾ ਹੋਵੇਂ, ਤੂੰ ਤਾਂ ਹਰ ਥਾਂ 'ਤੇ ਮੌਜੂਦ ਸੀ। ਊਹਾਂ ਤੋਂ ਜਾਈਏ ਜਾਂ ਇਹਾਂ ਨਾ ਹੋਈ।
ਬਈ ਮੈਂ ਚੱਲ ਕੇ ਕਿਸੇ ਖਾਸ ਥਾਂ 'ਤੇ ਤਾਂ ਜਾਵਾਂ ਵੀ ਜੇ ਤੂੰ ਇੱਥੇ ਨਾ ਹਾਂ, ਤੂੰ ਤਾਂ ਹਰ ਥਾਂ 'ਤੇ ਮੌਜੂਦ। ਮਾਲਕ ਹਰ ਸਮੇਂ ਸਾਡੇ ਨਾਲ ਹਾਜ਼ਰ ਨਾਜ਼ਰ। ਤਾਈਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਉਂਦੇ, ਹਾਜ਼ਰਾ ਹਜ਼ੂਰ ਹੈ, ਜ਼ਾਹਰਾ ਜ਼ਹੂਰ ਹੈ। ਬਈ ਮਾਲਕ ਹਰ ਸਮੇਂ ਸਾਡੇ ਨਾਲ ਹਾਜ਼ਰ। ਹਜ਼ੂਰ ਸਾਹਿਬ, ਬਈ ਜੋ ਮਾਲਕ ਸਾਡਾ ਸਾਹਿਬ ਹੈ ਉਹ ਸਦਾ ਹੀ ਸਾਡੇ ਨਾਲ ਹਰ ਥਾਂ 'ਤੇ ਮੌਜੂਦ ਹੈ। ਸਦਾ ਅੰਗਾਂ ਦੇ ਨਾਲ ਸੰਗ, ਸਦਾ ਅੰਗ ਸੰਗੀ। ਬਈ ਸਦਾ ਹੀ ਸਾਡੇ ਅੰਗਾਂ ਦੇ ਨਾਲ ਅਤੇ ਸਦਾ ਹੀ ਸਾਡੇ ਸੰਗ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਮਾਲਕ ਤਾਂ ਹਰ ਸਮੇਂ ਸਾਡੇ ਨਾਲ ਹਾਜ਼ਰ ਨਾਜ਼ਰ ਹੈ, ਵੀ ਤੁਸੀਂ ਉਹ ਤੋਂ ਬੇਮੁਖ ਹੋਏ ਹੋ, ਤੁਸੀਂ ਉਹਦੇ ਸਨਮੁਖ ਹੋ। ਜਦੋਂ ਅਸੀਂ ਮਾਲਕ ਦੇ ਸਨਮੁਖ ਹੋ ਜਾਂਗੇ ਫਿਰ ਸਾਨੂੰ ਭੇਦ ਖੁੱਲ੍ਹਦਾ ਵੀ ਤੇਰੇ ਵਰਗਾ ਦੂਜਾ ਹੋਰ ਕੋਈ ਹੈ ਨਹੀਂ, ਜਿਹੜਾ ਹਰ ਥਾਂ 'ਤੇ ਮੌਜੂਦ ਹੋਵੇ ਅਤੇ ਜਿਹਦੀ ਜਿੱਥੇ ਵੀ ਅਸੀਂ ਜਾਈਏ ਉੱਥੇ ਹੀ ਸੇਵਾ ਕਰ ਸਕੀ। ਮਹਾਰਾਜ ਫਰਮਾਉਂਦੇ, ਜਹਾਂ ਜਹਾਂ ਜਾਊਂ ਤਹਾਂ ਤੇਰੀ ਸੇਵਾ, ਤੁਮ ਸਾਵਰ ਨਾਹੀ ਕੋ ਦੇਵਾ। ਤੇਰੇ ਵਰਗਾ ਹੋਰ ਕੋਈ ਹੈ ਹੀ ਨਹੀਂ, ਬਈ ਜਿਹੜਾ ਹਰ ਥਾਂ 'ਤੇ ਮੌਜੂਦ ਹੋਵੇ ਅਤੇ ਸਰਬ ਵਿਆਪਕ ਹੋਵੇ। ਇੱਕ ਮਾਲਕ ਹੀ ਹੈ ਜਿਹੜਾ ਹਰ ਥਾਂ 'ਤੇ ਮੌਜੂਦ ਹੈ ਅਤੇ ਜਿਹਦਾ ਹਰ ਥਾਂ 'ਤੇ ਪ੍ਰਕਾਸ਼। ਜਰੇ ਜਰੇ ਵਿੱਚ ਪਰਮਾਤਮਾ ਹੀ ਵਸਿਆ ਹੋਇਆ। ਐਸੀ ਕੋਈ ਥਾਂ ਨਹੀਂ ਵੀ ਜਿੱਥੇ ਉਹ ਨਹੀਂ ਹੈ। ਹੁਣ ਆਪਾਂ ਨੂੰ ਫਿਰ ਇਹ ਗੱਲ ਪੁਕਾਰ ਪੁਕਾਰ ਕੇ ਸੰਤਾਂ ਨੇ ਭਗਤਾਂ ਨੇ ਆਖੀ ਗੁਰਬਾਣੀ ਗੁਰੂ ਰਾਹੀਂ ਫਰਮਾਉਂਦੇ ਨੇ, ਘਟ ਘਟ ਮੈਂ ਹਰ ਜੂ ਵਸੇ, ਸੰਤਨ ਕਿਹੋ ਪੁਕਾਰ। ਵੀ ਹਰ ਇੱਕ ਘਟ ਦੇ ਵਿੱਚ ਉਹ ਹਰੀ ਪਰਮਾਤਮਾ ਵਸਦਾ, ਸਭਨਾਂ ਦੇ ਅੰਦਰ ਵੀ ਮੌਜੂਦ ਹੈ ਅਤੇ ਬਾਹਰ ਵੀ ਚਾਰ ਛੁਪੇਰੇ ਉਹਦਾ ਹੀ ਪ੍ਰਕਾਸ਼। ਐਸੀ ਕੋਈ ਥਾਂ ਨਹੀਂ ਜਿੱਥੇ ਨਹੀਂ ਹੈ। ਹੁਣ ਜੇ ਤਾਂ ਕਿਤੇ ਦੂਰ ਹੋਵੇ ਫਿਰ ਤਾਂ ਸਾਨੂੰ ਮਿਲਣਾ ਔਖਾ, ਵੀ ਦੂਰ ਜਾ ਕੇ ਕਿਵੇਂ ਚੱਲ ਕੇ ਜਾਈਏ, ਅਤੇ ਉਹ ਤਾਂ ਇੰਨਾ ਨੇੜੇ ਹੈ। ਹੁਣ ਸਤਿਗੁਰੂ ਸਾਨੂੰ ਭੇਜ ਦੇ ਰਹੇ ਵੀ ਕਿੰਨਾ ਨੇੜੇ। ਜਿਨ੍ਹਾਂ ਨੇ ਦੇਖਿਆ ਉਹ ਕਹਿੰਦੇ ਸਾਡੇ ਹੱਥ ਵੀ ਦੂਰ, ਉਹ ਹੱਥਾਂ ਤੋਂ ਵੀ ਨੇੜੇ। ਕਹੇ ਰਵਿਦਾਸ ਹੱਥ ਪੈ ਨੇੜੇ, ਬਈ ਸਾਡੇ ਹੱਥ ਵੀ ਦੂਰ, ਉਹ ਹੱਥਾਂ ਤੋਂ ਵੀ ਨੇੜੇ ਬਸ। ਹੁਣ ਇਹ ਜਿਹੜਾ ਸਰੀਰ ਇਹਨੂੰ ਤਨ ਕਹਿੰਦੇ ਅਤੇ ਪਰਮਾਤਮਾ ਨੂੰ ਹਰ ਕਹਿੰਦੇ। ਹੁਣ ਆਪਾਂ ਉਹ ਹਰੀ ਦੇ ਵਿੱਚ ਹਾਂ, ਇਹ ਤਨ, ਅਤੇ ਉਹ ਇਹ ਤਨ ਦੇ ਅੰਦਰ ਵੀ ਅਤੇ ਬਾਹਰ ਵੀ ਚਾਰ ਛੁਪੇਰੇ। ਮਹਾਰਾਜ ਫਰਮਾਉਂਦੇ, ਹਰ ਮੇ ਤਨ ਹੈ, ਤਨ ਮੇ ਹਰ ਹੈ, ਸਰਬ ਨਿਰੰਤਰ ਸੋਇਰੀ। ਬਈ ਮਾਲਕ ਸਾਡੇ ਅੰਦਰ ਵੀ ਅਤੇ ਬਾਹਰ ਵੀ ਚਾਰ ਛੁਪੇਰੇ ਉਹੀਓ ਮੌਜੂਦ। ਪਰਮਾਤਮਾ ਨੂੰ ਬ੍ਰਹਮ ਕਹਿੰਦੇ ਅਤੇ ਆਪਾਂ ਨੂੰ ਜਨ ਕਹਿੰਦੇ। ਅਤੇ ਮਹਾਰਾਜ ਕਹਿੰਦੇ, ਬ੍ਰਹਮੇ ਜਨ, ਜਨ ਮੇ ਪਾਰ ਬ੍ਰਹਮ, ਏਕੇ ਏਕ ਨਾਹੀ ਕਿਛੁ ਭਰਮ। ਬਈ ਅਸੀਂ ਉਹ ਬ੍ਰਹਮ ਦੇ ਵਿੱਚ ਹਾਂ ਅਤੇ ਬ੍ਰਹਮ ਸਾਡੇ ਵਿੱਚ, ਅਤੇ ਉਹ ਇੱਕੋ ਇੱਕ ਹੀ ਹੈ ਅਤੇ ਹੋਰ ਕੋਈ ਭਰਮ ਨਹੀਂ। ਬਈ ਉਹ ਦੂਜਾ ਹੋਰ ਕੋਈ ਨਹੀਂ, ਆਪ ਹੀ ਮਾਲਕ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਪਰਮਾਤਮਾ ਨੂੰ ਪੁਰਖ ਆਖੀ। ਆਪ ਸਾਰੀਆਂ ਉਹ ਇੱਕੋ ਪੁਰਖ ਦੀਆਂ ਨਾਰਾਂ, ਸਾਡੇ ਮਨ ਸਾਡੀਆਂ ਸੁਰਤੀਆਂ। ਮਹਾਰਾਜ ਫਰਮਾਉਂਦੇ, ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ। ਬਈ ਇਹ ਜਗਤ ਦੇ ਵਿੱਚ ਪੁਰਖ ਇੱਕੋ ਹੀ ਹੈ, ਬਾਕੀ ਸਾਰੀਆਂ ਸੁਰਤੀਆਂ ਉਹ ਪੁਰਖ ਦੀਆਂ ਨਾਰਾਂ ਇੱਕੋ ਦੀਆਂ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਉਹ ਪੁਰਖ ਸਾਡੇ ਵਿੱਚ ਵੱਸਦਾ ਨਾਰਾਂ ਦੇ, ਅਤੇ ਅਸੀਂ ਨਾਰਾਂ ਉਹਦੇ ਵਿੱਚ ਵੱਸਦੀ। ਬਈ ਜੇ ਤੁਸੀਂ ਬ੍ਰਹਮ ਦਾ ਗਿਆਨ ਰੱਖਦੇ ਹੋ ਅਤੇ ਫਿਰ ਤੁਸੀਂ ਇਹ ਬੁੱਝੋ ਬੁਝਾਰਤ। ਮਹਾਰਾਜ ਫਰਮਾਉਂਦੇ, ਪੁਰਖ ਮੇ ਨਾਰ, ਨਾਰ ਮੇ ਪੁਰਖ,
ਬੂਝੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਗੁਰਮੁਖ ਕਥ ਕਹਾਣੀ। ਬਈ ਉਹ ਪੁਰਖ ਸਾਡੇ ਵਿੱਚ ਤੇ ਅਸੀਂ ਉਹ ਪੁਰਖ ਦੇ ਵਿੱਚ ਵਸਦੇ। ਜੇ ਤੁਸੀਂ ਗੁਰਬਾਣੀ ਪੜ੍ਹਦੇ ਹੋ ਤੇ ਫਿਰ ਤੁਸੀਂ ਬੁੱਝੋ ਇਸ ਬੁਝਾਰਤ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਉਹ ਸੱਚੋਂ ਕੋਈ ਦੂਰ ਨਹੀਂ ਹੈ, ਅਸੀਂ ਉਹਦੇ ਵਿੱਚ ਹੀ ਵਸਦੇ। ਸਾਡਾ ਸਾਰਿਆਂ ਦਾ ਪਤੀ ਇੱਕੋ ਹੀ ਹੈ, ਸਦਾ ਹੀ ਸਾਡੇ ਨਾਲ ਰਹਿੰਦਾ ਤੇ ਸਦਾ ਹੀ ਅਸੀਂ ਇੱਕੋ ਹੀ ਘਰ ਵਿੱਚ ਵਸਦੇ ਹਾਂ ਇਕੱਠੇ। ਸਭਨਾ ਕਾ ਸੋ ਏਕ ਹੈ, ਸਦ ਹੀ ਰਹੇ ਹਾ ਦੂਰ। ਵੀ ਸਾਡਾ ਸਾਰਿਆਂ ਦਾ ਪਤੀ ਇੱਕੋ ਹੀ ਤੇ ਇੱਕੋ ਹੀ ਘਰ 'ਚ ਵਸਦੇ ਹਾਂ ਅਸੀਂ ਇਕੱਠੇ। ਹੁਣ ਜੇ ਅਸੀਂ ਇਕੱਠੇ ਇੱਕ ਘਰ 'ਚ ਤਾਂ ਵਸਦੇ ਹਾਂ, ਪਰ ਇੱਕ ਦੂਸਰੇ ਨਾਲ ਵਿਚਾਰ ਨਹੀਂ ਕਰਦੇ, ਇੱਕ ਦੂਸਰੇ ਨਾਲ ਗੱਲਬਾਤ ਨਹੀਂ ਕਰਦੇ, ਮਾਲਕ ਸਾਨੂੰ ਬੁਲਾਉਂਦਾ ਨਹੀਂ। ਉਹਦਾ ਕਾਰਨ ਫਿਰ ਇਹ ਸਾਨੂੰ ਦੱਸਦਾ ਗੁਰੂ ਨਾਨਕ ਦਾ ਘਰ ਵੀ ਅਸੀਂ ਹੁਕਮ ਨਹੀਂ ਮੰਨਦੇ। ਜਦੋਂ ਸਾਡੀ ਸੁਰਤੀ ਹੁਕਮ ਤੋਂ ਆਕੀ ਹੋ ਜਾਂਦੀ, ਫਿਰ ਅਸੀਂ ਇੱਕੋ ਘਰ ਦੇ ਵਿੱਚ ਰਹਿੰਦੇ ਹੋਈ ਉਹ ਪਰਮਾਤਮਾ ਤੋਂ ਪਤੀ ਤੋਂ ਦੂਰ ਹੋ ਜਾਂਦੀ। ਫਰਮਾਉਂਦੇ ਨਾਨਕ ਹੁਕਮ ਨਾ ਮੰਨਈ ਤਾਂ ਘਰ ਹੀ ਅੰਦਰ ਦੂਰ, ਹੁਕਮ ਮਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਈ। ਬਈ ਜਿਨ੍ਹਾਂ ਨੇ ਤਾਂ ਹੁਕਮ ਨੂੰ ਮੰਨ ਲਿਆ ਉਹ ਤਾਂ ਸੁਹਾਗਣਾ ਹੋ ਗਈ, ਉਹ ਗੁਰਮੁਖ ਹੋ ਗਈ। ਜਿਨ੍ਹਾਂ ਨੇ ਹੁਕਮ ਨੂੰ ਨਹੀਂ ਮੰਨਿਆ, ਨਹੀਂ ਹੁਕਮ ਨੂੰ ਬੱਝਿਆ, ਨਹੀਂ ਹੁਕਮ ਚਾਹੇ, ਉਹਨਾਂ ਨੂੰ ਦਹਾਗਣਾ ਕਹਿ ਦਿੱਤਾ, ਉਹਨਾਂ ਨੂੰ ਮਨਮੁਖ ਕਹਿ ਦਿੱਤਾ, ਸਾਕਤ ਕਹਿ ਦਿੱਤਾ, ਉਹਨਾਂ ਨੂੰ ਛੁੱਟੜ ਕਹਿ ਦਿੱਤਾ, ਉਹਨਾਂ ਨੂੰ ਕਮਜਾਤ ਕਹਿ ਦਿੱਤਾ, ਵੀ ਜਿਨ੍ਹਾਂ ਨੇ ਆਪਦੇ ਪਤੀ ਨੂੰ ਵਿਸਾਰ ਦਿੱਤਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਇਸ ਵਾਸਤੇ ਫਿਰ ਸਮਝਾਉਂਦੇ ਵੀ ਜਿੰਨੀਆਂ ਜੀਵ ਇਸਤਰੀਆਂ ਮਾਲਕ ਤੋਂ ਬੇਮੁਖ ਹੋ ਗਈਆਂ, ਉਹਨਾਂ ਵਰਤਾਏ ਫਿਰ ਕਹਿੰਦੇ ਬੇਮੁਖ ਹੋਏ ਰਾਮ ਤੇ ਲਗਣ ਜਨਮ ਵਿਜੋਗ। ਬਈ ਬੇਮੁਖ ਹੋਏ ਰਾਮ ਤੋਂ, ਪਰਮਾਤਮਾ ਤੋਂ ਇਹ ਸਾਨੂੰ ਜਨਮ ਮਰਨ ਦਾ ਰੋਗ ਲੱਗ ਜਾਂਦਾ। ਜੇ ਹੁਣ ਅਸੀਂ ਮਾਲਕ ਤੋਂ ਬੇਮੁਖ ਹੀ ਰਹੇ, ਫਿਰ ਅਸੀਂ ਦੁਬਾਰਾ ਵਾਪਸ ਮੁੜ ਗਏ ਤੇ ਫਿਰ ਪਤਾ ਨਹੀਂ ਸਾਨੂੰ ਦੁਬਾਰਾ ਇਹ ਮੌਕਾ ਕਦੋਂ ਮਿਲੇ, ਕਦੋਂ ਇਹ ਵਾਰੀ ਮਿਲੇ ਵੀ ਅਸੀਂ ਮਾਲਕ ਦੇ ਸਨਮੁਖ ਹੋ ਸਕੀਏ, ਕੋਈ ਸਾਨੂੰ ਸਮਝਾਵੇ। ਤੇ ਉਹ ਵੀ ਸਾਨੂੰ ਮਾਨਸ ਜਾਮੇ 'ਚ ਹੀ ਮੌਕਾ ਮਿਲਦਾ, ਤੇ ਮਾਨਸ ਜਾਮਾ ਵੀ ਜੇ ਮਿਲ ਜੇ, ਜੇ ਸਾਨੂੰ ਪੂਰਨ ਗੁਰੂ ਨਾ ਮਿਲੇ, ਸਾਨੂੰ ਸੰਤ ਸਾਧੂ ਜਨਾਂ ਦਾ ਸੰਗ ਨਾ ਹੋਵੇ, ਅਸੀਂ ਫਿਰ ਵੀ ਇਹ ਜੀਵਨ ਦਾ ਲਾਹਾ ਨਹੀਂ ਖੱਟ ਸਕਦੇ, ਕਿਉਂਕਿ ਅਸੀਂ ਇੱਧਰ ਆ ਕੇ ਕਰਮ ਨਾਲ ਜੁੜ ਜਾਂਦੇ, ਕਰਮ ਨਾਲ ਵੱਝ ਜਾਂਦੇ। ਜਿਹੜਾ ਸਾਡਾ ਮੇਨ ਮਕਸਦ ਸੰਸਾਰ 'ਚ ਆਉਣ ਦਾ, ਉਹਨੂੰ ਅਸੀਂ ਭੁੱਲ ਜਾਂਦੇ ਹਾਂ ਤੇ ਕਰਮ ਨੂੰ ਦ੍ਰਿੜ ਕਰ ਲੈਂਦੇ। ਮਾਰੇ ਫਰਮਾਉਂਦੇ ਹਰ ਪਹਿਲੜੀ ਲਾਮ, ਪਰ ਵਿਰਤੀ ਕਰਮ ਦਿਲੜਾਇਆ ਬਲਰਾਮ ਜੀਓ। ਬਈ ਜਿਉਂ ਹੀ ਅਸੀਂ ਇੱਧਰ ਆਏ, ਅਸੀਂ ਇਹ ਕਰਮ ਨੂੰ ਦ੍ਰਿੜ ਕਰ ਲਏ। ਹੁਣ ਆਪਾਂ ਨੂੰ ਫਿਰ ਜਦੋਂ ਸਤ ਸੰਗਤ ਮਿਲਦੀ ਤੇ ਸਾਨੂੰ ਫਿਰ ਸਤਿਗੁਰੂ ਸਮਝਾਉਂਦੇ ਵੀ ਤੁਸੀਂ ਕਰਮ ਦੇ ਨਾਲ ਹੁਣ ਧਰਮ ਨੂੰ ਦ੍ਰਿੜ ਕਰੋ। ਧਰਮ ਦ੍ਰਿੜੋ ਹਰ ਨਾਮ ਤੇ ਆਵੋ, ਸਿਮਰਤ ਨਾਮ ਦ੍ਰਿੜਾਇਆ, ਗੁਰ ਸਤਿਗੁਰ ਪੂਰਾ ਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਬਈ ਜਦੋਂ ਅਸੀਂ ਧਰਮ ਨੂੰ ਦ੍ਰਿੜ ਕਰਾਂਗੇ ਤੇ ਸਾਡੇ ਮਨ 'ਤੇ ਜਿਹੜੀ ਪਾਪਾਂ ਦੀ ਮੈਲ ਲੱਗੀ ਉਹ ਮੈਲ ਲੱਥ ਜੇਗੀ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਬਈ ਜਦੋਂ ਅਸੀਂ ਧਰਮ ਨੂੰ ਦ੍ਰਿੜ ਕਰਾਂਗੇ ਤੇ ਫਿਰ ਸਾਡੇ ਮਨ ਨੇ ਜਿਹੜਾ ਕਰਮ ਨੂੰ ਦ੍ਰਿੜ ਕੀਤਾ, ਕਰਮ ਕੀ ਹੈ? ਅਸੀਂ ਇਹਨਾਂ ਨੇਤਰਾਂ ਦੁਆਰਾ ਜਿਉਂ ਹੀ ਇੱਧਰ ਆਉਂਦੇ, ਅਸੀਂ ਇਸ ਸੰਸਾਰ ਨੂੰ ਦੇਖਣਾ ਸ਼ੁਰੂ ਕਰ ਦਿੰਦੇ। ਇਹ ਸਾਡੇ ਨੇਤਰਾਂ ਦਾ ਕਰਮ ਹੈ।
ਜੋ ਅਸੀਂ ਮਾਇਆ ਨੂੰ ਦੇਖਦੇ ਹਾਂ, ਆਕਾਰਾਂ ਨੂੰ, ਸਰੀਰਾਂ ਨੂੰ, ਇਹ ਸਾਡੇ ਕੰਨਾਂ ਦਾ ਕਰਮ ਜਿਹੜਾ ਅਸੀਂ ਸੰਸਾਰ ਦੀਆਂ ਦੁਨਿਆਵੀ ਗੱਲਾਂ ਸੁਣਦੇ ਹਾਂ, ਨਿੰਦਿਆ, ਚੁਗਲੀ, ਈਰਖਾ, ਵੈਰ, ਵਿਰੋਧ, ਨਫ਼ਰਤ ਦੀ ਗੱਲ, ਇਹ ਰਸਨਾ ਦੁਆਰਾ ਅਸੀਂ ਸੰਸਾਰ ਦੀਆਂ ਦੁਨਿਆਵੀ ਗੱਲਾਂ ਕਰ ਕਰਕੇ ਉਹ ਕਰਮ ਸੀ ਜਿਹੜਾ ਉਹਨੂੰ ਦ੍ਰਿੜ ਕਰ ਲਈ। ਹੁਣ ਇਸ ਤਰ੍ਹਾਂ ਅਸੀਂ ਇਹ ਮਾਇਆ ਨੂੰ ਦ੍ਰਿੜ ਕਰ ਲਈ। ਇਹਨੂੰ ਕਹਿੰਦੇ ਹਰ ਪਹਿਲੜੀ ਲਾਮ ਪਰਵਰਤੀ ਕਰਮ ਦਿਲਾਇਆ ਬਲਰਾਮ ਜੀ। ਬਈ ਜਦੋਂ ਦਾ ਅਸੀਂ ਇੱਧਰ ਨਹੀਂ ਆਏ ਹੁੰਦੇ, ਅਸੀਂ ਪਰਵਰਤੀ ਹੁੰਦੀ, ਬਈ ਅਸੀਂ ਇਹ ਮਾਇਆ ਤੋਂ ਉੱਪਰ ਉੱਠੇ ਹੁੰਦੇ, ਅਸੀਂ ਨਿਵਰਤੀ ਹੁੰਦੇ ਹਾਂ, ਬਾਅਦ 'ਚੋਂ ਪਰਵਰਤੀ 'ਚ ਬਦਲ ਜਾਂਦੀ। ਬਈ ਅਸੀਂ ਔਰਦਮੁਖੀ ਹੁੰਦੇ ਹਾਂ, ਇਹ 9 ਦਰਾਂ ਤੋਂ ਉੱਪਰ ਹੁੰਦੇ ਹਾਂ, 10ਵੇਂ 'ਚ ਹੁੰਦੇ। ਜਿਉਂ ਹੀ ਇੱਧਰ ਆਉਂਦੇ ਹਾਂ, ਇੱਧਰ ਆ ਕੇ ਅਸੀਂ ਪਰਵਰਤੀ 'ਚ ਬਦਲ ਜਾਂਦੇ ਹਾਂ, ਅਤੇ ਇੱਧਰ ਅਸੀਂ ਇਹ ਨੇਤਰਾਂ ਦੁਆਰਾ ਮਾਇਆ ਨੂੰ ਦੇਖਣਾ ਸ਼ੁਰੂ ਕਰ ਦਿੰਦੇ, ਕੰਨਾਂ ਦੁਆਰਾ ਸੁਣਨਾ ਸ਼ੁਰੂ ਕਰ ਦਿੰਦੇ, ਮੁੱਖ ਦੁਆਰਾ ਬੋਲਣਾ ਸ਼ੁਰੂ ਕਰ ਦਿੰਦੇ। ਹੁਣ ਮਹਾਰਾਜ ਕਹਿੰਦੇ ਵੀ ਇਸੇ ਤਰ੍ਹਾਂ ਹੁਣ ਜਿਵੇਂ ਤੁਸੀਂ ਕਰਮ ਨੂੰ ਦ੍ਰਿੜ ਕੀਤਾ, ਹੁਣ ਤੁਸੀਂ ਧਰਮ ਨੂੰ ਦ੍ਰਿੜ ਕਰੋ। ਬਈ ਇਹਨਾਂ ਨੇਤਰਾਂ ਦੁਆਰਾ ਪਰਮਾਤਮਾ ਨੂੰ ਦੇਖੋ, ਕੰਨਾਂ ਦੁਆਰਾ ਪਰਮਾਤਮਾ ਦੀ ਆਵਾਜ਼ ਨੂੰ ਸੁਣੋ, ਨਾਮ ਨੂੰ, ਇਹ ਮੁੱਖ ਦੁਆਰਾ ਮਾਲਕ ਦੇ ਗੁਣ ਗਾਓ, ਉਹਦਾ ਸਿਮਰਨ ਕਰੋ। ਇਹਨੂੰ ਕਹਿੰਦੇ ਧਰਮ ਨੂੰ ਦ੍ਰਿੜ ਕਰਨਾ। ਮਹਾਰਾਜ ਕਹਿੰਦੇ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀ। ਬਈ ਜਦੋਂ ਅਸੀਂ ਹੁਣ ਧਰਮ ਨੂੰ ਦ੍ਰਿੜ ਕਰਾਂਗੇ, ਜਿਹੜੀ ਸਾਡੇ ਮਨ 'ਤੇ ਪਾਪਾਂ ਦੀ ਮੈਲ ਲੱਗੀ, ਇਹ ਜਿਹੜਾ ਅਸੀਂ ਨੇਤਰਾਂ ਦੁਆਰਾ ਦੇਖ ਦੇਖ ਕੇ ਮਾਇਆ ਨੂੰ, ਆਕਾਰਾਂ ਨੂੰ ਇਹ ਮੈਲ ਚੜ੍ਹਾਈ, ਕੰਨਾਂ ਦੁਆਰਾ ਅਸੀਂ ਸੁਣ ਸੁਣ ਕੇ ਜਿਹੜੀ ਮੈਲ ਚੜ੍ਹਾਈ, ਮੁੱਖ ਦੁਆਰਾ ਅਸੀਂ ਫਿੱਕੇ ਬੋਲ ਬੋਲ ਕੇ ਜਿਹੜੀ ਮੈਲ ਚੜ੍ਹਾਈ, ਹੁਣ ਫਿਰ ਇਹ ਸਾਡੇ ਮਨ ਦੀ ਮੈਲ ਲੱਥੇਗੀ ਜਦੋਂ ਹੁਣ ਅਸੀਂ ਇਹ ਗੁਰੂ ਦੀ ਮੱਤ ਦੁਆਰਾ ਚੱਲਾਂਗੇ। ਫਿਰ ਇਸ ਲਈ ਆਪਾਂ ਨੂੰ ਕਹਿੰਦੇ ਵੀ ਤੁਸੀਂ ਜਿਵੇਂ ਹੁਣ ਇੱਧਰ ਕਰਮ ਨੂੰ ਦ੍ਰਿੜ ਕੀਤਾ, ਅਤੇ ਤੁਸੀਂ ਨਾਲ ਨਾਲ ਹੁਣ ਧਰਮ ਨੂੰ ਵੀ ਦ੍ਰਿੜ ਕਰੋ। ਜਦੋਂ ਧਰਮ ਨੂੰ ਦ੍ਰਿੜ ਕਰਾਂਗੇ ਅਤੇ ਮਨ ਤੋਂ ਮੈਲ ਲੱਥੇਗੀ, ਸਾਡਾ ਮਨ ਨਿਰਮਲ ਹੋ ਜਾਏਗੀ, ਸਾਡੀ ਕਰਨੀ ਨਿਰਮਲ ਹੋ ਜਾਏਗੀ। ਫਿਰ ਇਹਨੂੰ ਹੀ ਕਹਿੰਦੇ ਸਭ ਤੋਂ ਸ੍ਰੇਸ਼ਟ ਅਤੇ ਸਭ ਤੋਂ ਉੱਤਮ ਧਰਮ। ਮਹਾਰਾਜ ਕਹਿੰਦੇ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਬਈ ਸਾਰਿਆਂ ਧਰਮਾਂ ਦੇ ਨਾਲੋਂ ਸ੍ਰੇਸ਼ਟ ਧਰਮ ਇਹ ਹੈ ਬਈ ਸਾਡਾ ਮਨ ਨਿਰਮਲ ਹੋ ਜੇ, ਸਾਡੀ ਕਰਨੀ ਨਿਰਮਲ ਹੋ ਜੇ। ਜੇ ਹੁਣ ਸਾਡਾ ਮਨ ਨਿਰਮਲ ਹੋ ਜਾਏਗਾ, ਜੋ ਧਰਮ ਦੇ ਗੁਣ ਨੇ ਉਹ ਗੁਣ ਸਾਡੇ ਅੰਦਰ ਆ ਜਾਣਗੇ। ਧਰਮ ਦੇ ਗੁਣ ਨੇ, ਧਰਮ ਕਹਿੰਦੇ ਪਰਮਾਤਮਾ ਨੂੰ, ਅਤੇ ਉਹਦੇ ਗੁਣ ਨੇ ਵੀ ਉਹ ਨਿਰਭਉ ਹੈ, ਉਹ ਨਿਰਵੈਰ ਹੈ, ਉਹ ਹਉਮੈ ਤੋਂ ਰਹਿਤ ਹੈ, ਅਤੇ ਉਹ ਮਿੱਠ ਬੋਲੜਾ, ਉਹ ਕੌੜਾ ਨਹੀਂ ਬੋਲਦਾ। ਕਿਸੇ ਦੇ ਜਿਹੜੇ ਔਗਣ ਨੇ ਉਹ ਔਗਣ ਦੇਖਦਾ ਨਹੀਂ, ਔਗਣ ਚਿਤਾਰਦਾ ਨਹੀਂ। ਇਹ ਸਾਡੇ ਧਰਮ ਦੇ ਗੁਣ ਨੇ। ਜਦੋਂ ਅਸੀਂ ਧਰਮ ਨੂੰ ਦ੍ਰਿੜ ਕਰਾਂਗੇ ਅਤੇ ਇਹੋ ਗੁਣ ਸਾਡੇ ਵਿੱਚ ਆ ਜਾਣਗੇ, ਧਰਮ ਵਾਲੇ, ਪਰਮਾਤਮਾ ਵਾਲੇ। ਫਿਰ ਆਪਾਂ ਵੀ ਨਿਰਭਉ ਹੋ ਜਾਵਾਂਗੇ, ਆਪਾਂ ਵੀ ਨਿਰਵੈਰ ਹੋ ਜਾਵਾਂਗੇ, ਆਪਣਾ ਕਿਸੇ ਨਾਲ ਕੋਈ ਵੈਰ ਨਹੀਂ ਰਹਿਣਾ, ਆਪਾਂ ਨੂੰ ਕਿਸੇ ਦਾ ਕੋਈ ਭੈ ਨਹੀਂ ਰਹਿਣਾ, ਹਉਮੈ ਤੋਂ ਸਾਡਾ ਮਨ ਰਹਿਤ ਹੋ ਜਾਏਗਾ, ਅਤੇ ਮਿੱਠ ਬੋਲੜਾ ਹੋ ਜਾਏਗਾ, ਆਪਣੀ ਜਿਹੜੀ ਬਾਣੀ ਉਹ ਮਿੱਠੀ ਹੋ ਜਾਏਗੀ। ਅਤੇ ਕਿਸੇ ਦੇ ਔਗਣ ਨੇ ਜਿਹੜੇ ਔਗਣ ਉਹ ਆਪਾਂ ਦੇਖਾਂਗੇ ਨਹੀਂ, ਚਿਤਾਰਾਂਗੇ ਨਹੀਂ। ਜਾਣੀ ਦੀ ਉਹੀਓ ਗੁਣ ਪਰਮਾਤਮਾ ਵਾਲੇ ਉਹਨਾਂ ਗੁਰਮੁਖਾਂ ਦੇ ਵਿੱਚ ਆ ਜਾਂਦੇ ਜਿਹੜੇ ਮਾਲਕ ਨੂੰ ਧਿਆਉਂਦੇ, ਜਿਹੜੇ ਉਹਦਾ ਸਿਮਰਨ ਕਰਦੇ। ਜਿਵੇਂ ਜਦੋਂ ਭਗਤਾਂ ਨੇ ਭਗਤੀ ਕੀਤੀ ਅਤੇ ਉਹਨਾਂ ਦੇ ਵਿੱਚ ਉਹੀਓ ਸਾਰੇ ਗੁਣ ਆ ਗਏ, ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਭਗਤਾਂ ਦੀ ਉਸਤਤ ਵਡਿਆਈ ਕਰਦੇ ਗੁਰਬਾਣੀ ਗੁਰੂ ਰਾਹੀਂ। ਮਹਾਰਾਜ ਕਹਿੰਦੇ ਵੀ ਭਗਤ ਨਾਮਦੇਵ ਜੀ, ਜਿਹਨੂੰ ਜੀਵ ਕਹਿੰਦੇ ਸੀ ਵੀ ਛੀਂਬਾ, ਨੀਵੀਂ
जात का शींबा है जी अद्धी कौड़ी। जदों वो नाम दे नाल जुड़ गई तो उहिओ अद्धी कौड़ी का शींबा लखां दा हो गया। महाराज कहंदे गोबिंद 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 संग नाम दिओ मन लीना, आड़ दाम को शीपर होयो लखीना। जिन्हों जीव कहते सी अद्धी कौड़ी का तो वह तो लखां दा हो गया। परमात्मा का नाम जप की फिर दसदे भी भगत कबीर जी जिन्हों जीव कहते सी भी जलाहा ते ताना बुन सी। जदों उन्होंने मालक के चरणों के नाल लिव जोड़ी सेवा की सतगुरु की, फिर जेड़े गुण परमात्मा च सी उहिओ बाबा कबीर जी दे विच आ गए। महाराज कहंदे बौना ताना त्याग के प्रीत चरण कबीरा, नीच कोला जलाहरो भयो गुणी गहीरा। बई जिन्हों कहंदे सी नीवीं जात दा तो गुणां दा सागर हो गई। बई उन्हां दे परमात्मा दे विच जीव कहंदे कोई फर्क नहीं। बई जेड़े गुण परमात्मा च ने उहिओ भगत कबीर जी दे अंदर। फिर दसदे भगत रविदास जी भी जिन्हों जीव कहते जात का चमार है तो कम चमड़े का करते। जदों उन्होंने सत्संगत की जिहड़ा साडा मन हुण त्रै गुणां च माया दे विच सुता होया, उन्होंने त्रै गुणां तो मन नूं अतीत कर लिया, उपर लै गए चौथे पद विच चले गए। जिहड़े गुण परमात्मा च सी उहिओ भगत रविदास जी दे विच प्रवेश हो गई। महाराज कहंदे रविदास ढवांता ढोर, नीत तैन त्यागी माया, प्रगट हुआ साध संग हर दर्शन पाया। बई साधु जनां दा संग करके साध संगत करके भगत रविदास जी ने मालक वाहिगुरू दे नाल मिलाप कीता ते जिहड़े गुण परमात्मा सी उहिओ उन्हां दे विच मौजूद हो गए। फिर दसदे भगत सैन जी भी जिन्हां नूं कहंदे जात दे की ने कहंदे नाई, ते काम की करदे बुतियां कढ़नियां भी सुनेहा जिवें एक दूसरे घर लैके जाना। हुण जदों उन्होंने भगती की सिमरन कीता नाम दे नाल जुड़े तो उन्हों की वडियाई घर घर होण लगी, वो भी भगतों च गिने जान लगे। बई जिन्हों जीव पहलां कहंदे सी नीवीं जात दा ते उन्हां दी शोभा वडियाई घर घर हुंदी, क्योंकि जिहड़े गुण परमात्मा च ने उहिओ भगत सैन जी दे अंदर। महाराज फरमाउंदे सैन नाई बुतकारीआ, वो घर घर सुनिया हिरदे वसिया पार ब्रह्म भगतां में गणिया। भी उन्हां दी गिणती भी भगतां च होण लगी, क्योंकि उन्हां दे हिरदे विच परमात्मा वस गया, वाहिगुरू वस गया। फिर दसदे भगत धन्ना जी जिहड़े राजस्थान दे होए ते जाट। हुण जदों उन्होंने सत्संगत की उन्होंने देखिया भी मालक नूं ये भगत मिले तो भी मैं भी मिल सकदा। फिर उन्होंने भी भगती शुरू की थी। उन्होंने भी संतां दा संग करके शब्द लिया तो शब्द की आराधना की थी। फिर उन्होंने भी मालक नाल मिलाप कर लिया तो वह भी बड़े भागां वाले बन गए। मारे फरमाउंदे बिद सुन के जट रो, उठ भगती लागा मिले परतख गसाइयां धन्ना बड़ भागा। हुण इन्हां दी महिमा गुरु साहब करदे भी जदों इन्हां ने भगती की भी इन्हां दे विच उहिओ गुण परमात्मा वाले आ गए सारे भगतां दे अंदर। बई बेशक जीव इन्हां नूं कहंदे सी भी नीवीं जात दे, इन्हां दीयां कुलां नीवीआं जी, पर जिहड़ी पदवी सी इन्हां ने बड़ी उच्ची प्राप्त की थी, सदा वास्ते अमर हो गई। मारे फरमाउंदे नीच जात हर जपते उत्तम पदवी पाए।
ਬਈ ਜਿਨ੍ਹਾਂ ਨੂੰ ਜੀਵ ਕਹਿੰਦੇ ਸੀ ਨੀਵੀਂ ਜਾਤ ਦੇ, ਤੇ ਉਹਨਾਂ ਨੇ ਪਰਮਾਤਮਾ ਨੂੰ ਜਪਦੇ ਹੋਏ ਉਹਦਾ ਜਾਪ ਕਰਕੇ, ਉਹਦਾ ਸਿਮਰਨ, ਉਹਦੀ ਭਗਤੀ ਕਰਕੇ ਤੇ ਪਦਵੀ ਕਿੱਡੀ ਵੱਡੀ ਹਾਸਲ ਕੀਤੀ, ਸਦਾ ਲਈ ਅਮਰ ਹੋ ਗਈ, ਸਦਾ ਵਾਸਤੇ ਮਾਲਕ ਅਕਾਲ ਪੁਰਖ ਦੇ ਵਿੱਚ ਸਮਾ ਗਏ, ਉਹਦੇ ਵਿੱਚ ਲੀਨ ਹੋ ਗਏ। ਹੁਣ ਉਹ ਕਿਵੇਂ ਲੀਨ ਹੋਏ, ਕਿਵੇਂ ਉਹਨਾਂ ਨੇ ਭਗਤੀ ਕੀਤੀ, ਉਹ ਫਿਰ ਸਾਰਾ ਉਹਨਾਂ ਨੇ ਆਪਦੇ ਜੀਵਨ ਦਾ ਜਿਹੜਾ ਅਨੁਭਵ ਸੀ ਉਹ ਗੁਰਬਾਣੀ ਗੁਰੂ ਵਿੱਚ ਦੱਸੇ। ਬਈ ਜਦੋਂ ਇਸ ਮਾਰਗ ਦੇ ਉੱਤੇ ਚੱਲੇ ਤੇ ਚੱਲਦੇ ਹੋਏ ਉਹਨਾਂ ਨੂੰ ਕੀ ਕੀ ਰੁਕਾਵਟਾਂ ਆਈਆਂ, ਕਿਵੇਂ ਸੰਸਾਰੀ ਜੀਵ ਵਿੱਚ ਰੁਕਾਵਟਾਂ ਪਾਉਂਦੇ, ਕਿਵੇਂ ਉਹਨਾਂ ਦੇ ਅੰਦਰ ਜੋ ਜੋ ਰੁਕਾਵਟਾਂ ਪੈਦਾ ਹੋਈਆਂ ਉਹ ਉਹਨਾਂ ਨੇ ਆਪਾਂ ਨੂੰ ਦੱਸ ਦਿੱਤਾ। ਫਿਰ ਉਹਨਾਂ ਨੂੰ ਕਿਵੇਂ ਪਾਸੇ ਹਟਾਇਆ ਉਹ ਦੱਸ ਦਿੱਤਾ। ਫਿਰ ਜਦੋਂ ਇਹ ਮਾਰਗ ਦੇ ਉੱਤੇ ਚੱਲੇ, ਜੋ ਜੋ ਉਹਨਾਂ ਨੂੰ ਅੰਦਰ ਨਿਸ਼ਾਨੀਆਂ ਪ੍ਰਗਟ ਹੋਈਆਂ ਰਸਤੇ ਵਿੱਚ, ਫਿਰ ਉਹ ਸਾਰਾ ਉਹਨਾਂ ਨੇ ਆਪਦੇ ਜੀਵਨ ਦਾ ਅਨੁਭਵ ਸੀ ਜਿਹੜਾ ਉਹ ਆਪਾਂ ਨੂੰ ਦੱਸ ਦਿੱਤਾ। ਬਈ ਤਾਂ ਕਿ ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹੀਏ, ਪੜ੍ਹ ਕੇ ਵਿਚਾਰੀਏ ਤੇ ਸਾਨੂੰ ਪਤਾ ਲੱਗ ਜੇ ਵੀ ਕੁਝ ਹੋਰ ਨਹੀਂ, ਬਈ ਸਾਰਾ ਸਾਨੂੰ ਪਰਮਾਤਮਾ ਵਾਹਿਗੁਰੂ ਨੂੰ ਮਿਲਾਪ ਦਾ ਰਸਤਾ ਦੱਸ ਰਹੇ। ਕਿਵੇਂ ਪਰਮਾਤਮਾ ਤੋਂ ਵਿਛੜੇ, ਕਿਵੇਂ ਮਿਲਾਪ ਕੀਤਾ। ਫਿਰ ਇਹ ਸਾਰੀ ਕਹਾਣੀ ਨੂੰ ਕਥ ਕਹਾਣੀ ਦਾ ਨਾਮ ਦਿੱਤਾ। ਇਹਨੂੰ ਕਹਿੰਦੇ ਪ੍ਰੇਮ ਕਹਾਣੀ, ਪ੍ਰੇਮ ਕਥਾ। ਮਾਲਕ ਤੋਂ ਵਿਛੋੜੇ ਤੋਂ ਲੈ ਕੇ ਮਿਲਾਪ ਤੱਕ ਦੀ ਸਾਰੀ ਕਹਾਣੀ। ਫਿਰ ਇਸ ਕਹਾਣੀ ਨੂੰ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਵਾਰ-ਵਾਰ ਸਮਝਾਇਆ ਬਈ ਕਿਵੇਂ ਜਦੋਂ ਭਗਤ ਇਸ ਮਾਰਗ ਦੇ ਉੱਤੇ ਚੱਲੇ, ਉਹਨਾਂ ਦੀ ਵੀ ਐਸੀ ਅਵਸਥਾ ਆਈ ਵੀ ਜਦੋਂ ਉਹਨਾਂ ਦੀ ਪ੍ਰੀਤ ਨਹੀਂ ਮਾਲਕ ਦੇ ਨਾਲ ਪੈਂਦੀ। ਬਈ ਇਹ ਮਾਇਆ ਜਿਹੜੀ ਇਹ ਮਨ ਤੋਂ ਵਿਸਰਦੀ ਨਹੀਂ, ਛੱਡਦੀ ਨਹੀਂ। ਫਿਰ ਉਹਨਾਂ ਨੇ ਦੱਸਿਆ ਆਪਾਂ ਨੂੰ, ਜਿਵੇਂ ਭਗਤ ਰਵਿਦਾਸ ਜੀ ਕਹਿੰਦੇ, ਅਨੇਕ ਜਤਨ ਨਿਗਰੇ ਕੀਏ, ਟਾਰੀ ਨਾ ਟਰੇ ਭਰਮ ਫਾਸ, ਪ੍ਰੇਮ ਭਗਤ ਨਹੀਂ ਉਪਜੇ, ਤਾਂ ਤੇ ਰਵਿਦਾਸ ਉਦਾਸ। ਉਹਨਾਂ ਦੀ ਵੀ ਐਸੀ ਅਵਸਥਾ ਆਈ ਵੀ ਜਦੋਂ ਇਹ ਮਾਇਆ ਛੱਡਦੀ ਨਹੀਂ ਮਨ ਨੂੰ, ਤੇ ਪਰਮਾਤਮਾ ਦੇ ਨਾਲ ਪਿਆਰ ਨਹੀਂ ਪੈਂਦਾ, ਉਹਦੇ ਨਾਲ ਪ੍ਰੀਤ ਨਹੀਂ ਪੈਂਦੀ। ਫਿਰ ਕਿਵੇਂ ਪ੍ਰੀਤ ਪਈ, ਕਿਵੇਂ ਮਾਇਆ ਤੋਂ ਛੁਟਕਾਰਾ ਹੋਇਆ, ਉਹ ਫਿਰ ਆਪਾਂ ਨੂੰ ਸਾਰਾ ਦੱਸਦੇ, ਭੇਜ ਦਿੰਦੇ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਸਾਰੀ ਕਹਾਣੀ ਆਪਣੀ ਵੀ, ਸਾਰਿਆਂ ਦੀ ਕਹਾਣੀ ਸਾਡੀ। ਫਿਰ ਇਹ ਕਹਾਣੀ ਆਪਾਂ ਨੂੰ ਸਤਿਗੁਰੂ ਸੁਣਾਉਂਦੇ ਗੁਰਬਾਣੀ ਗੁਰੂ ਰਾਹੀਂ। ਮਹਾਰਾਜ ਤਾਈਓ ਕਹਿੰਦੇ ਅਕਥ ਕਹਾਣੀ ਪ੍ਰੇਮ ਕੀ, ਕੋ ਪ੍ਰੀਤਮ ਆਖੇ ਆਏ। ਵੀ ਇਹ ਕਹਾਣੀ ਜਿਹੜੀ ਹੈ ਪਿਆਰ ਦੀ ਕਹਾਣੀ, ਮਾਲਕ ਨੂੰ ਮਿਲਾਪ ਦੀ ਕਹਾਣੀ। ਜੇ ਹੁਣ ਅਸੀਂ ਇਹ ਪ੍ਰੇਮ ਦੇ ਮਾਰਗ ਦੇ ਉੱਤੇ ਚੱਲਾਂਗੇ ਤੇ ਸਾਡੀ ਇਹ ਕਹਾਣੀ ਸ਼ੁਰੂ ਹੋਣੀ। ਵੀ ਕਿਵੇਂ ਮਾਲਕ ਦੇ ਨਾਲ ਸਾਡੀ ਪ੍ਰੀਤ ਪਵੇ, ਕਿਵੇਂ ਪਿਆਰ ਪਵੇ, ਤੇ ਕਿਵੇਂ ਅਸੀਂ ਹੁਣ ਆਪਦੇ ਜੀਵਨ ਦਾ ਲਾਹਾ ਖੱਟੀ। ਹੁਣ ਜਿਨ੍ਹਾਂ ਨੇ ਪਿਆਰ ਪਾਇਆ ਉਹਨਾਂ ਨੇ ਫਿਰ ਆਪਾਂ ਨੂੰ ਦੱਸਿਆ ਵੀ ਸੰਸਾਰੀ ਕਿਸੇ ਪਦਾਰਥ ਦੇ ਨਾਲ ਤਾਂ ਨਹੀਂ ਪੈਂਦਾ। ਜੇ ਅਸੀਂ ਆਖੀਏ ਵੀ ਬਹੁਤਾ ਦਾਨ ਦੇ ਕੇ ਵੀ ਮਾਲਕ ਸਾਡੇ ਵੱਸ 'ਚ ਆ ਜੀ, ਉਹ ਨਹੀਂ ਆਉਂਦਾ। ਜੇ ਅਸੀਂ ਆਖੀਏ ਬਹੁਤਾ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਕੇ ਬਈ ਉਹ ਸਾਡੇ ਵੱਸ 'ਚ ਆ ਜੇ, ਤੇ ਨਹੀਂ ਆਉਂਦਾ। ਜੇ ਅਸੀਂ ਆਖੀਏ ਸਾਰੀ ਧਰਤੀ ਦਾ ਅਸੀਂ ਚੱਕਰ ਲਾ ਲਈਏ ਤੇ ਤਾਂ ਵੀ ਨਹੀਂ ਮਿਲਦਾ। ਜੇ ਅਸੀਂ ਆਖੀਏ ਵੀ ਵੇਦਾਂ ਨੂੰ ਪੜ੍ਹ ਕੇ ਜਾਂ ਵੇਦਾਂ ਨੂੰ ਅੱਗੇ ਪੜ੍ਹਾ ਕੇ ਬਈ ਉਹ ਸਾਡੇ ਵੱਸ 'ਚ ਆ ਜਾਏਗਾ, ਨਹੀਂ ਆਉਂਦਾ। ਜੇ ਉਹ ਵੱਸ ਹੈ ਤਾਂ ਪਿਆਰ ਦੇ ਵਿੱਚ ਜਿਨ੍ਹਾਂ ਨੇ ਭਗਤੀ ਕੀਤੀ ਉਹ ਭਗਤਾਂ ਦੇ ਵੱਸ। ਮਹਾਰਾਜ ਇਸ ਲਈ ਫਰਮਾਉਂਦੇ, ਨਾ ਤੂੰ ਆਵੇ ਵੱਸ ਬਹੁਤਾ ਦਾਨ ਦੇ। ਬਈ ਚਾਹੇ ਅਸੀਂ ਕਿੰਨਾ ਵੀ ਸੰਸਾਰ ਦਾ ਦਾਨ ਕਰ ਲਈਏ, ਜੇ ਆਖੀਏ ਵੀ ਇਹਦੇ ਨਾਲ ਮਾਲਕ ਵੱਸ 'ਚ ਆ ਜੂ ਜਾਂ ਉਹਦੇ ਨਾਲ ਸਾਡਾ ਮਿਲਾਪ ਹੋ ਜੂ, ਤੇ ਨਹੀਂ ਹੁੰਦਾ।
ना तू आवें वस वेद पढ़ावने। भी बेशक असी वेदां नूं पढ़ीए भी ते अगे पढ़ाईए भी, आखिए वो साडे नाल मिलाप हो जे, साडा उहदे नाल वस च आ जे, ते नहीं आउंच। ना तू आवें वस तीरथ नहाईए, ना तू आवें वस धरती धाईए। भी इन्हां दे नाल साडा इस तरह करके जिहड़ा मालक दे नाल मिलाप नहीं हुन्छ। फिर वो किन्हां दे वस मारे कहंदे सब कुछ तेरे वस अगम गोचरा, तू भगतां के वस भगतां ताण तेरा। बई जे तू वस है तो भगतां ते भगतां ने किवें वस विच कीता। फिर वो आपां नूं दसदे कहंदे मेरी प्रीत गोबिंद सिओ जिण घटे मैं तो मोल महंगी लई जी सटे। बई साडी जिहड़ी प्रीत मालक दे नाल बड़ी महंगी, की दिता मुल कहंदे भी अपना आपा दित, अपना मन जिहड़ा वो सतगुर नूं दे दित। जिवें महाराज आपां नूं समझाउंदे मन वेचे सतगुर के पास ते सेवक के कारज रास। बई जदों असीं मालक नूं अपना मन दे दांगे फिर साडे जिहड़े कारज वो सारे रास आ जाने, ते फिर साडा जिहड़ा मकसद है, जिहड़ा साडा असल कारज है, परमात्मा निरंकार वाहिगुरू दे नाल मिलाप करन, फिर ये साडा कारज रास आ जांदा, फिर ये कारज साडा नेपरी चढ़ जांदा। जे असी सतगुर नूं अपना आपा दे दांगे, हुण अपना आपा देण वास्ते सानूं ये सिमरन करना पैंदा। जे असी गल्लीं बातीं आखीए भी आपां समर्पण कर दांगे ते नहीं हुंदा। जिवें कई जीव पहिलां ही पुछ लैंदे भी जे असी गुरु वाले बणीए जां असी आपां समर्पण करिए ते फिर सानूं की मिलेगा। जे हुण असी पहिलां ही ये शर्त रखदे भी सानूं की मिलेगा आपां समर्पण करके, ते वो आपां समर्पण होना ही नहीं। क्योंकि आपां समर्पण दे विच ये शर्त नहीं हुंदी भी सानूं मिलू की। जे हुण असी इहो ख्याल रखांगे, इहो विचार रखांगे भी सानूं मिलना की है, तो फिर तो आपां समर्पण होए ही नहीं। जदों आपां समर्पण ही कर दिता सतगुर नूं, फिर तो सारा कुछ साडा जिम्मेवार वो सतगुर हो गए ना आप ही। फिर तो वो आप ही देखणगे भी की इन्हां नूं देना की नहीं देना, किवें इन्हां नूं चलाउणा किवें नहीं चलाउणा, वो तो फिर उन्हां दी मर्जी, फिर अपनी मर्जी थोड़ी है। जे असी अपनी मर्जी ही करांगे तो फिर तो अपना समर्पण होया ही नहीं। सो इस वास्ते फिर आप समर्पण करने वास्ते आप सिमरन करते, ताकि साड़ी अपनी मत साड़ी जिहड़ी सियाणप ही खत्म हो जे। जदों साड़ी सियाणप खत्म हो गई सानू गुरु ते सतगुर दी मत आ जानी। हुण आओ अपनी सियाणप जिहड़ी है किवें छड्डी जानी, उहदे वास्ते जो सतगुरु आपां नूं इस वास गिरास सिमरन अभ्यास दसदे ने। आओ सारे गुरमुख प्यारे करो जी शुरू। वाहे गुरु 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 वाहे
ਗੁਰੂ ਵਾਹਿ 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 ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਜਦੋਂ ਇਹ ਆਪਾਂ ਸਿਮਰਨ ਕਰਦੇ ਇਹਦੇ ਨਾਲ ਆਪਣੇ ਮਨ ਤੋਂ ਜਿਹੜੀ ਵਿਚਾਰਾਂ ਦੀ ਮੈਲ ਲੱਗੀ ਹੁੰਦੀ ਉਹ ਮੈਲ ਉਤਰਦੀ। ਜਿਉਂ ਸਾਡੇ ਮਨ ਦੀ ਮੈਲ ਉਤਰੇਗੀ ਤੇ ਆਉਂਦੇ ਸਾਡੇ ਮਨ ਦਾ ਆਪਾਂ ਸਮਰਪਣ ਹੋਏਗਾ। ਜਿੰਨਾ ਅਸੀਂ ਅਭਿਆਸ ਕਰਾਂਗੇ ਅਭਿਆਸ ਦੇ ਨਾਲ ਹੀ ਸਾਡੇ ਅੰਦਰ ਨਿਮਰਤਾ ਆਉਣੀ, ਇਹਦੇ ਨਾਲ ਹੀ ਸਾਡੇ ਅੰਦਰ ਸਹਿਣਸ਼ੀਲਤਾ ਜਾਂ ਸਬਰ ਸੰਤੋਖ ਹੋਣਾ। ਜੇ ਅਸੀਂ ਸਿਮਰਨ ਕਰਾਂਗੇ ਫਿਰ ਹੀ ਇਹ ਸਾਰਾ ਕੁਛ ਆਉਣਾ। ਜੇ ਅਸੀਂ ਸਿਮਰਨ ਨਹੀਂ ਕਰਦੇ, ਨਹੀਂ ਸ਼ਬਦ ਦੀ ਕਮਾਈ ਕਰਦੇ, ਫਿਰ ਸਾਡੇ ਅੰਦਰ ਨਾ ਤਾਂ ਨਿਮਰਤਾ ਆਵੇ, ਨਾ ਸਹਿਣਸ਼ੀਲਤਾ, ਨਾ ਸਬਰ, ਨਾ ਸੰਤੋਖ ਆਵੇ, ਫਿਰ ਕੁਛ ਵੀ ਨਹੀਂ ਆਉਣਾ। ਇਸ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ, ਸਿਮਰਨ ਕਰਨਾ। ਜਦੋਂ ਅਸੀਂ ਅਭਿਆਸ ਕਰਾਂਗੇ ਫਿਰ ਸਾਨੂੰ ਇਹ ਸਿਮਰਨ ਦੇ ਲਾਭ ਹੋਣਗੇ, ਫਿਰ ਸਾਨੂੰ ਇਹਦਾ ਲਾਹਾ ਮਿਲਣਾ। ਅਤੇ ਜਦੋਂ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ ਸਹਿਜ ਦੇ ਨਾਲ ਵਿਚਾਰਨਾ, ਖੋਜਣ ਵੀ ਕਿਵੇਂ ਅਸੀਂ ਮਾਲਕ ਤੋਂ ਬੇਮੁਖ ਹਾਂ ਅਤੇ ਕਿਵੇਂ ਅਸੀਂ ਹੁਣ ਸਨਮੁਖ ਹੋ ਸਕਦੇ। ਜੇ ਅਸੀਂ ਬੇਮੁਖ ਹੀ ਰਹੇ ਅਤੇ ਫਿਰ ਸਾਨੂੰ ਇਹ ਜਨਮ ਮਰਨ ਦਾ ਚੱਕਰ ਪਿਆ ਰਹਿਣਾ। ਇਉਂ ਮਾਰੇ ਫਰਮਾਉਂਦੇ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਜੋਗ, 91 ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਵੀ ਜਿਹੜੇ ਮਾਇਆ ਦੇ ਭੋਗਾਂ ਦੀ ਖਾਤਰ ਅਸੀਂ ਮਾਲਕ ਨੂੰ ਵਸਾਰੀ ਬੈਠੇ, ਉਹ ਤੋਂ ਬੇਮੁਖ ਹੋਈ ਬੈਠੇ। ਇਹ ਮਾਇਆ ਨੇ ਸਾਡੇ ਨਾਲ ਨਹੀਂ ਜਾਣਾ, ਇਹ ਸਭ ਇੱਥੇ ਦਾ ਇੱਥੇ ਹੀ ਰਹਿ ਜਾਣਾ, ਧਰੇ ਦਾ ਧਰੇ ਹੀ ਰਹਿ ਜਾਣਾ। ਇੱਥੋਂ ਕੁਛ ਵੀ ਅਸੀਂ ਨਾਲ ਨਹੀਂ ਲਿਜਾ ਸਕਦੇ। ਜਿਹਨੂੰ ਅਸੀਂ ਮਿੱਠਾ ਕਰਕੇ ਖਾਂਦੇ, ਮਾਇਆ ਮਿੱਠੀ ਲੱਗਦੀ, ਪਿਆਰੀ ਲੱਗਦੀ, ਅਤੇ ਇਹਦਾ ਸਵਾਦ ਬਾਅਦ 'ਚੋਂ ਪਤਾ ਲੱਗਦਾ ਵੀ ਕਿੰਨਾ ਕੌੜਾ ਅਤੇ ਕੜੱਤਣ ਵਾਲਾ। ਮਹਾਰਾਜ ਕਹਿੰਦੇ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਪਹਿਲਾਂ ਤਾਂ ਮਾਇਆ ਬਿੱਖ ਨੂੰ ਮਿੱਠੀ ਕਰਕੇ ਖਾਧਾ, ਫਿਰ ਇਹਦਾ ਜਿਹੜਾ ਸਵਾਦ ਉਹ ਕੜੱਤਣ ਵਾਲਾ ਜਦੋਂ ਜ਼ਹਿਰ ਚੜ੍ਹ ਜਾਂਦੀ।
सो इस वास्ते फिर महाराज कहते भी एक खिंद दे विच ही है जिन्होंने असीं मिठा करके मंनदे सी वो कौड़ा हो जाता सारा कुछ। इसे ने महाराज कहते खिन में कौड़े होए गए जितड़े माया भोग, जिहड़े माया दे भोग सी एक खिन दे विच ही कौड़े हो गए जिन्होंने पहला मिठे समझदी सी। सो इस वास्ते फिर आपां नूं समझाउंदे भी मिठा तां मालक दा नाम ही, परमात्मा दा जदों असीं नाम दे नाल जुड़ांगे उहदे विचों सानूं मिठास आएगी, अमृत आएगी। ताइयों भगतां ने आखिया फरीदा शक्कर खंड नवात गुड़ माखियों माझा दुध सभे वस्तु मिठियां रब न पुजण तुध। ये सारियां वस्तु मिठियां पर तेरा नाम सब तो मिठ ਉਹਦੇ बराबर। इस वास्ते गुरमुखो हुणे आपां वध तो वध संगत करके नाम का भेत लेना, नाम दे नाल जुड़ना। ये जो सारा भेत गुरबाणी गुरु द्वारा आपां नूं दिता महापुरखां ने, भाई साहब भाई सेवा सिंह जी तरमाला, उस ज्ञान नूं आपां दृढ़ करदे हां भी ताकि साडे हिरदे च वस जे ते आपां इह ज्ञान नूं कमा के गुरु दी मत लैके आपदे जीवन नूं सफला कर सकी। सो इन्नियां बेनतियां इन्ने विचार करदे होए जे कोई ऐसा शब्द बोलिया गया होवे संगत अते सतगुरु बख्शण जोग ने बख्श देना जी। वाहिगुरू जी का खालसा वाहिगुरू जी की फतेह। वाहिगुरू वाहिगुरू।